वाहिगुरु साहिब जी। चौपई तब तुरकन मत और गई। तब तुरकन मत और गई। भाई रतन सिंह जी कहते हैं, ਜਿਹੜੇ ਸਿੱਖ ਬਘਿਆੜ ਦੀ ਖੱਡ ਵਿੱਚ ਰਹਿੰਦੇ ਸਨ, ਉਹਨਾਂ ਨੂੰ ਫੜਨ ਵਾਸਤੇ ਫੌਜਦਾਰ ਨੇ ਕਈ ਉਪਰਾਲੇ ਕੀਤੇ ਤਾਂ ਜੋ ਇਹਨਾਂ ਨੂੰ ਫੜ ਲਿਆ ਜਾਵੇ ਜਾਂ ਮਾਰ ਦਿੱਤਾ ਜਾਵੇ। ਉਹਦੇ ਵਾਸਤੇ ਫੌਜ ਨੇ ਪਹਿਲਾ ਉਪਰਾਲਾ ਸਿੱਖਾਂ ਉੱਤੇ ਗੋਲੀਆਂ ਚਲਾ ਕੇ ਕੀਤਾ। ਧੂਏ ਵਾਲੀਆਂ ਗੋਲੀਆਂ ਅੰਦਰ ਭੇਜੀਆਂ ਤਾਂ ਜੋ ਸਿੱਖ ਬੇਹੋਸ਼ ਹੋ ਕੇ ਡਿੱਗ ਪੈਣ ਅਤੇ ਇਹਨਾਂ ਨੂੰ ਬਾਹਰ ਕੱਢ ਕੇ ਜਾਂ ਮਾਰ ਦਿੱਤਾ ਜਾਵੇ ਜਾਂ ਲਾਹੌਰ ਪਹੁੰਚਾ ਦਿੱਤਾ ਜਾਵੇ। ਜਦੋਂ ਇਹ ਯਤਨ ਫੌਜਦਾਰ ਦਾ ਫੇਲ ਹੋ ਗਿਆ ਤੇ ਫੌਜਦਾਰ ਨੇ ਦੂਸਰਾ ਉਪਰਾਲਾ ਕੀਤਾ। ਪਿੰਡ ਦੇ ਲੋਕਾਂ ਨੂੰ ਫੜ ਕੇ ਲਿਆਂਦਾ ਅਤੇ ਉਹਨਾਂ ਦੇ ਕੋਲ ਖੱਡ ਨੂੰ ਕਟਵਾਉਣਾ ਚਾਹਿਆ ਤਾਂ ਜੋ ਸਿੱਖਾਂ ਨੂੰ ਉੱਤੋਂ ਗੋਲੀਆਂ ਮਾਰ ਦਿੱਤੀਆਂ ਜਾਣ। ਪਰ ਲੋਕ ਸਿੱਖਾਂ ਦੇ ਹਮਾਇਤੀ ਸਨ। ਉਹਨਾਂ ਨੇ ਖੱਡ ਨੂੰ ਪੁੱਟਣ ਦੀ ਜਗ੍ਹਾ ਕਈਆਂ ਦੇ ਦਸਤੇ ਤੋੜ ਦਿੱਤੇ ਤੇ ਜਦੋਂ ਦਸਤੇ ਤੋੜ ਦਿੱਤੇ, ਜਿਨ੍ਹਾਂ ਜਿਹਨੂੰ ਤਰਖਾਣ ਆਏ ਕਈਆਂ ਬਣਾਈਆਂ ਗਈਆਂ। ਉਹਨਾਂ ਚਿਰ ਨੂੰ ਹਨੇਰਾ ਹੋ ਗਿਆ। ਜਦੋਂ ਹਨੇਰਾ ਹੋ ਗਿਆ ਤੇ ਫੌਜਦਾਰ ਕਹਿਣ ਲੱਗਾ, ਜੇ ਹੁਣ ਆਪਾਂ ਡੇਰੇ ਜਾਂਦੇ ਹਾਂ ਤਾਂ ਵੀ ਸਾਡੇ ਹੱਥ ਨਹੀਂ ਕੁਝ ਆਵੇਗਾ ਤੇ ਜੇ ਆਪਾਂ ਇੱਥੇ ਰਹਿੰਦੇ ਹਾਂ ਤਾਂ ਵੀ ਜਿਹੜਾ ਇੱਥੇ ਖਤਰਾ ਹੈ ਤੇ ਜੇ ਆਪਾਂ ਪਿੱਛੇ ਜਾਂਦੇ ਹਾਂ ਤੇ ਸਿੱਖਾਂ ਨੇ ਗੁਫਾ ਦੇ ਵਿੱਚੋਂ ਨਿਕਲ ਕੇ ਚਲੇ ਜਾਣਾ ਹੈ ਤੇ ਮੁੜ ਕੇ ਪਤਾ ਨਹੀਂ ਇਹਨਾਂ ਨੇ ਹੱਥ ਆਉਣਾ ਹੈ ਜਾਂ ਨਹੀਂ ਆਉਣਾ। ਇਸ ਕਰਕੇ ਆਪਾਂ ਛੱਡ ਕੇ ਵੀ ਨਹੀਂ ਜਾ ਸਕਦੇ ਤੇ ਕੋਈ ਆਪਾਂ ਅਜਿਹਾ ਉਪਰਾਲਾ ਕਰੀਏ ਤਾਂ ਜੋ ਇਹ ਸਿੱਖ ਸਾਰੀ ਰਾਤ ਅੰਦਰ ਹੀ ਰਹਿਣ ਤੇ ਜਾਂ ਅੰਦਰ ਹੀ ਅਜਿਹੇ ਤਰੀਕੇ ਨਾਲ ਮਰ ਜਾਣ ਤੇ ਸਵੇਰੇ ਆਪਾਂ ਇਹਨਾਂ ਦੀਆਂ ਲਾਸ਼ਾਂ ਹੀ ਕੱਢੀਏ। ਕੋਈ ਅਜਿਹਾ ਉਪਰਾਲਾ ਕਰ ਦਈਏ ਤਾਂ ਜੋ ਸਾਡਾ ਕੰਮ ਵੀ ਬਣ ਜਾਵੇ ਤੇ ਸਿੱਖਾਂ ਦਾ ਅੰਤ ਵੀ ਹੋ ਜਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਤੀਸਰਾ ਉਪਰਾਲਾ ਕੀਤਾ ਗਿਆ। ਇਹ ਜਿਹੜਾ ਮਤਾ ਪਕਾ ਲਿਆ ਗਿਆ, ਫੌਜਦਾਰ ਨੇ ਇਹ ਸਲਾਹ ਕਰ ਲਈ, ਤਬ ਤੁਰਕਨ ਮਤ ਔਰ ਗਈ। ਤਦ ਤੁਰਕਾਂ ਨੇ ਖੱਡ ਨੂੰ ਪੂਰਨ ਵਾਸਤੇ ਜਾਂ ਖੱਡ ਦੇ ਵਿੱਚ ਸਿੱਖਾਂ ਨੂੰ ਰੋਕਣ ਵਾਸਤੇ ਆ ਜਿਹੜਾ ਤੀਸਰਾ ਉਪਰਾਲਾ ਕਰ ਲਿਆ। ਖੱਡ ਪਰ ਈਂਧਨ ਅੱਗ ਲਾਏ ਦਈ। ਖੱਡ ਪਰ ਈਂਧਨ ਅੱਗ ਲਾਏ ਦਈ। ਤੀਸਰਾ ਉਪਰਾਲਾ ਕੀਤਾ ਕਿ ਆਪਾਂ ਗੁਫਾ ਦੇ ਵਿੱਚ ਅੱਗ ਲਾ ਦਿੰਦੇ ਹਾਂ ਤਾਂ ਜੋ ਸਿੱਖ ਜਾਂ ਸੇਕ ਦੇ ਨਾਲ ਅੰਦਰ ਹੀ ਮਰ ਜਾਣਗੇ ਤੇ ਜੇ ਮਰਨਗੇ ਨਾ ਵੀ ਤੇ ਅੰਦਰ ਹੀ ਰਹਿਣਗੇ ਸਾਰੀ ਰਾਤ, ਬਾਹਰ ਨਹੀਂ ਆ ਸਕਣਗੇ। ਤੇ ਜਦੋਂ ਦਿਨ ਚੜ੍ਹੇਗਾ ਆਪਾਂ ਇਹਨਾਂ ਨੂੰ ਫੜ ਲਵਾਂਗੇ, ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਵਾਂਗੇ। ਜਦੋਂ ਇਹ ਸਲਾਹ ਕਰ ਲਈ ਗਈ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਖੱਡ ਪਰ ਈਂਧਨ ਅੱਗ ਲਾਏ ਦਈ। ਫਿਰ ਫੌਜ ਨੇ ਖੱਡ ਦੇ ਵਿੱਚ ਸਿੱਖਾਂ ਨੂੰ ਰੋਕਣ ਵਾਸਤੇ ਜਾਂ ਮਾਰਨ ਵਾਸਤੇ ਉਸ ਗੁਫਾ ਦੇ ਵਿੱਚ ਉਸ ਖੱਡ ਦੇ ਵਿੱਚ ਅੱਗ ਲਾ ਦਿੱਤੀ। ਅਗਨ ਪਹੁੰਚਦੇ ਕੱਪੜੇ ਸਾੜੀ। ਅਗਨ ਪਹੁੰਚਦੇ ਕੱਪੜੇ ਸਾੜੀ। ਜਦੋਂ ਅੱਗ ਲੱਗ ਗਈ ਤੇ ਅੱਗ ਦਾ ਸੇਕ ਇੰਨਾ ਜ਼ਿਆਦਾ ਸੀ, ਜਿੱਥੇ ਸਿੱਖਾਂ ਨੇ ਕੱਪੜੇ ਤਾਣੇ ਹੋਏ ਸਨ ਧੂਏ ਨੂੰ ਰੋਕਣ ਵਾਸਤੇ, ਉਹ ਜਿਹੜੇ ਕੱਪੜੇ ਸਿੱਖਾਂ ਦੇ ਸੜ ਗਏ ਅਤੇ ਸਿੱਖਾਂ ਨੂੰ ਵੀ ਅੰਦਰ ਸੇਕ ਲੱਗਣ ਲੱਗਾ। ਇਮ ਸਿੰਘਨ ਕੋ ਭਈ ਖਵਾਰੀ। ਇਮ ਸਿੰਘਨ ਕੋ ਭਈ ਖੁਆਰੀ। ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਬੜੀ ਖੁਆਰੀ ਹੋਈ, ਸਿੱਖਾਂ ਨੂੰ ਬੜਾ ਦੁੱਖ ਝੱਲਿਆ। ਫਿਰ ਸਿੰਘਨ ਕੀਓ ਜਤਨ ਸੋ ਔਰ। ਫਿਰ ਸਿੰਘਨ ਕੀਓ ਜਤਨ ਸੋ ਔਰ। ਪਰ ਸਿੱਖਾਂ ਨੇ ਫਿਰ ਉਪਰਾਲਾ ਕੀਤਾ ਕਿ ਇਸ ਅੱਗ ਤੋਂ ਬਚਿਆ ਜਾਵੇ, ਇਸ ਅੱਗ ਨੂੰ ਬੁਝਾਇਆ ਜਾਵੇ ਤਾਂ ਜੋ ਸਾਨੂੰ ਜੋ ਅੱਗ ਦੇ ਰਾਹੀਂ ਦੁੱਖ ਮਿਲ ਰਿਹਾ ਹੈ ਉਹ ਜਿਹੜਾ ਦੁੱਖ ਸਾਨੂੰ ਨਾ ਮਿਲੇ ਅਤੇ ਕੋਈ ਨਾ ਕੋਈ ਉਪਰਾਲਾ ਕਰਕੇ ਇਸ ਅੱਗ ਨੂੰ ਬੁਝਾਇਆ ਜਾਵੇ। ਗਿੱਲੀ ਮਿੱਟੀ ਸੋ ਮੂੰਦੀ ਠੌਰ। ਗਿੱਲੀ ਮਿੱਟੀ ਸੋ ਮੂੰਦੀ ਠੌਰ। ਸਿੱਖ ਜਿਸ ਗੁਫਾ ਵਿੱਚ ਰਹਿ ਰਹੇ ਸਨ, ਸਿੱਖਾਂ ਨੇ ਅੰਦਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਪੀਣ ਵਾਸਤੇ ਤੇ ਉਸ ਵਕਤ ਜਿਹੜੀ ਮਿੱਟੀ ਸੀ ਉਹ ਵੀ ਕੱਚੀ ਸੀ ਤੇ ਸਿੱਖਾਂ ਨੇ ਤਰਕੀਬ ਸੋਚ ਲਈ
क्यों ना आपां पानी दे नाल मिट्टी नूं जिहड़ा खरोच के गिल्ली करके इस अग दे उत्ते पा दईए तां जो अपने आप ही अग जिहड़ी ਉਹ बुझ जावेगी। क्योंकि आपां सारे जाणदे हां अग नूं बुझाउण दा इक्को एक साधन है पानी। अग दे उत्ते पानी पा दिता जावे जां गिल्ली मिट्टी पा दित्ती जावे, सुੱਟ दित्ती जावे ते अग जिहड़ी अपने आप बुझ जाती है। सिखां ने फिर ਇਹ ਉਪਰਾਲਾ ਕੀਤਾ, ਪਾਣੀ ਦੇ ਨਾਲ ਅੰਦਰ ਮਿੱਟੀ ਨੂੰ ਗਿੱਲਿਆ ਕੀਤਾ ਤੇ ਮਿੱਟੀ ਦੇ ਰਾਹੀਂ ਫਿਰ ਉਸ ਅੱਗ ਨੂੰ ਬੁਝਾਇਆ ਗਿਆ। ਗਿੱਲੀ ਮਿੱਟੀ ਸੋ ਮੂੰਦੀ ਠੌਰ, ਗਿੱਲੀ ਮਿੱਟੀ ਅੱਗ ਦੇ ਉੱਤੇ ਸੁੱਟੀ ਗਈ, ਜਿਸ ਨਾਲ ਅੱਗ ਜਿਹੜੀ ਉਹ ਬੁਝ ਗਈ। ਇਸ ਬਿਦ ਜਾਨ ਉਨੈ ਬਚ ਰਹੀ। ਇਸ ਬਿਦ ਜਾਨ ਉਨੈ ਬਚ ਰਹੀ। ਸਿੱਖਾਂ ਨੇ ਇਹ ਵੀ ਢੰਗ ਵਰਤ ਕੇ ਤੁਰਕਾਂ ਦੀ ਚਾਲ ਨੂੰ ਫੇਲ ਕਰ ਦਿੱਤਾ ਤੇ ਸਿੱਖਾਂ ਨੇ ਆਪਣਾ ਇਸ ਤਰੀਕੇ ਨਾਲ ਬਚਾਅ ਕਰ ਲਿਆ। ਤਾਲੋ ਆਨ ਰਾਤ ਪੀ ਗਈ। ਤਾਲੋ ਆਨ ਰਾਤ ਵੀ ਭਈ। ਭਾਈ ਰਤਨ ਸਿੰਘ ਜੀ ਕਹਿੰਦੇ ਰਾਤ ਵੀ ਹੁਣ ਪੂਰੀ ਪੈ ਗਈ ਹੈ ਤੇ ਤਾਰੇ ਵੀ ਚੜ ਗਏ ਹਨ। ਲੋਕਨ ਉਨੈ ਦਇਓ ਡਰਵਾਏ। ਲੋਕਨ ਉਨੈ ਦਇਓ ਡਰਵਾਏ। ਹੁਣ ਪਿੰਡ ਵਾਲਿਆਂ ਸੋਚਿਆ, ਕਿਉਂਕਿ ਪਿੰਡ ਵਾਲਿਆਂ ਨੂੰ ਨਹੀਂ ਪਤਾ ਕਿ ਅੰਦਰ ਸਿੱਖਾਂ ਨੇ ਅੱਗ ਤੋਂ ਬਚਣ ਦਾ ਬਚਾਅ ਕਰ ਲਿਆ ਹੈ। ਜਿਹੜਾ ਸੇਕ ਸਿੱਖਾਂ ਤੱਕ ਪਹੁੰਚ ਰਿਹਾ ਸੀ ਜਾਂ ਜਿਸ ਸੇਕ ਦੇ ਰਾਹੀਂ ਸਿੱਖ ਦੁੱਖ ਸਹਾ ਰਹੇ ਸਨ, ਹੁਣ ਉਸ ਦੁੱਖ ਤੋਂ ਸਿੱਖਾਂ ਨੂੰ ਰਾਹਤ ਮਿਲ ਗਈ ਹੈ। ਇਸ ਬਾਰੇ ਬਾਹਰ ਦੇ ਲੋਕਾਂ ਨੂੰ ਜਾਂ ਸਿਪਾਹੀਆਂ ਜਾਂ ਫੌਜਾਂ ਨੂੰ ਨਹੀਂ ਪਤਾ, ਸਿਰਫ ਸਿੱਖਾਂ ਨੂੰ ਪਤਾ ਹੈ ਕਿ ਅਸੀਂ ਹੁਣ ਅੱਗ ਤੋਂ ਜਿਹੜੇ ਬਚ ਚੁੱਕੇ ਹਾਂ। ਜਿਹੜੇ ਪਿੰਡ ਦੇ ਲੋਕ ਹਮੈਤੀ ਸਨ, ਉਹਨਾਂ ਨੇ ਫਿਰ ਇੱਕ ਤਰਕੀਬ ਸੋਚੀ ਕਿ ਸਿੱਖਾਂ ਨੇ ਜੇ ਇੱਥੇ ਗੁਫਾ ਵਿੱਚ ਰਹੇ ਤੇ ਇਹਨਾਂ ਨੂੰ ਅੱਗ ਨੇ ਸਾੜ ਦੇਣਾ ਹੈ, ਇਹਨਾਂ ਨੇ ਮਰ ਜਾਣਾ ਹੈ, ਤੇ ਕਿਉਂ ਨਾ ਕੋਈ ਅਜਿਹਾ ਉਪਰਾਲਾ ਕਰੀਏ ਕਿ ਆਪਾਂ ਫੌਜ ਨੂੰ ਵੀ ਇੱਥੋਂ ਭਜਾ ਦਈਏ ਤੇ ਸਿੱਖਾਂ ਨੂੰ ਵੀ ਅੱਗ ਬੁਝਾ ਕੇ ਆਪਾਂ ਬਚਾ ਲਈਏ। ਕਿਉਂਕਿ ਜਿੰਨਾ ਚਿਰ ਤੱਕ ਫੌਜ ਉੱਥੇ ਹੈ ਉਹਨਾਂ ਚਿਰ ਤੱਕ ਪਿੰਡ ਦੇ ਲੋਕ ਅੱਗ ਨਹੀਂ ਬੁਝਾ ਸਕਦੇ ਤੇ ਨਾ ਹੀ ਸਿੱਖਾਂ ਨੂੰ ਬਚਾ ਸਕਦੇ ਹਨ। ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਉੱਥੋਂ ਫੌਜ ਨੂੰ ਕਿਸੇ ਤਰੀਕਾ ਭਜਾਇਆ ਜਾਵੇ ਤੇ ਫੌਜ ਨੂੰ ਭਜਾਉਣ ਵਾਸਤੇ ਪਿੰਡ ਦੇ ਲੋਕਾਂ ਨੇ ਫਿਰ ਤਰਕੀਬ ਸੋਚੀ ਤੇ ਜਾ ਕੇ ਫੌਜ ਨੂੰ ਕਹਿਣ ਲੱਗੇ ਲੋਕਨ ਉਹਨੇ ਦਇਓ ਡਰਵਾਏ। ਜਾ ਕੇ ਫੌਜ ਨਾਲ ਦਾਰ ਨੂੰ ਡਰਾਵਾ ਪਾਇਆ। ਕਹਿਣ ਲੱਗੇ ਪਿੰਡ ਦੇ ਲੋਕ ਜਾ ਕੇ ਫੌਜਦਾਰ ਜੀ ਠੀਕ ਹੈ ਤੁਸੀਂ ਸਿੱਖਾਂ ਨੂੰ ਫੜਨ ਵਾਸਤੇ ਆਏ ਜੇ, ਤੁਹਾਨੂੰ ਇਹ ਵੀ ਪਤਾ ਹੈ ਕਿ ਇਸ ਗੁਫਾ ਦੇ ਵਿੱਚ ਸਿੱਖ ਹਨ, ਤੁਸੀਂ ਅੱਖੀਂ ਵੇਖਿਆ ਹੋਇਆ ਹੈ, ਪਰ ਤੁਸੀਂ ਇੱਕ ਗੱਲ ਤੋਂ ਜਾਣੂ ਨਹੀਂ, ਰਾਤ ਪੈ ਗਈ ਹੈ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਰਾਤ ਪੈ ਜਾਵੇ ਤੇ ਸਿੱਖਾਂ ਵਾਸਤੇ ਦਿਨ ਚੜ੍ਹਦਾ ਹੈ। ਦਿਨ ਵੇਲੇ ਜਿਹੜੇ ਸਿੱਖ ਉਹ ਰਾਤ ਵਾਂਗੂ ਕਿਤੇ ਨਾ ਕਿਤੇ ਥਾਂ ਟਿਕਾਣੇ ਤੇ ਲੁਕੇ ਰਹਿੰਦੇ ਹਨ, ਪਰ ਜਦੋਂ ਰਾਤ ਚੜ੍ਹਦੀ ਹੈ ਸਿੱਖ ਦਿਨ ਵੇਲੇ ਦਿਨ ਸਮਝ ਕੇ ਬਾਹਰ ਆ ਜਾਂਦੇ ਹਨ। ਤੁਸੀਂ ਜਿਸ ਜਗ੍ਹਾ ਤੇ ਡੇਰੇ ਲਾਏ ਹਨ ਅਤੇ ਅੱਗ ਲਾ ਕੇ ਤੁਸੀਂ ਇਹ ਸੋਚ ਕੇ ਬੈਠ ਗਏ ਜੇ ਕਿ ਅਸੀਂ ਹੁਣ ਅੱਗ ਲਾ ਦਿੱਤੀ ਹੈ, ਸਿੱਖ ਬਾਹਰ ਨਹੀਂ ਆਉਣਗੇ ਤੇ ਅਸੀਂ ਸਵੇਰੇ ਫੜ ਲਵਾਂਗੇ। ਤੁਹਾਡਾ ਤਰੀਕਾ ਸਹੀ ਹੈ, ਪਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਤੁਸੀਂ ਅੰਦਰ ਦੇ ਸਿੱਖਾਂ ਨੂੰ ਰੋਕਿਆ ਹੋਇਆ ਹੈ, ਪਰ ਜਿਹੜੇ ਬਾਹਰ ਸਿੱਖ ਜਿਹੜੇ ਬੈਠੇ ਹੋਏ ਹਨ ਜਥਿਆਂ ਦੇ ਵਿੱਚ, ਉਹ ਜਿਹੜੇ ਉਦਾਂ ਹੀ ਰਾਤ ਨੂੰ ਖੁੱਲੇ ਘੁੰਮਣਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਫਲਾਣੀ ਜਗ੍ਹਾ ਦੇ ਵਿੱਚ ਸਿੱਖ ਅੱਗ ਦੇ ਨਾਲ ਘਿਰੇ ਹੋਏ ਹਨ ਤੇ ਜੇ ਸਿੱਖ ਜਥੇ ਬਣਾ ਕੇ ਇੱਥੇ ਆ ਗਏ, ਤੁਹਾਡੀ ਫੌਜ ਰਾਤ ਕਰਕੇ ਅੱਧੀ ਸੁੱਤੀ ਹੋਵੇਗੀ, ਅੱਧੀ ਨੀਂਦਰੇ ਦੇ ਨਾਲ ਸੁੱਤੀ ਜਾਗਦੀ ਹੋਏਗੀ, ਡਿੱਗਣਦੇ ਹੋਣਗੇ, ਤੁਸੀਂ ਵੀ ਸੁੱਤੇ ਹੋਵੋਗੇ ਤੇ ਜੇ ਸਿੱਖ ਇੱਥੇ ਜਥਾ ਆ ਗਿਆ ਉਹਨਾਂ ਨੇ ਤੁਹਾਡਾ ਵੀ ਨੁਕਸਾਨ ਕਰ ਦੇਣਾ ਹੈ ਤੇ ਉਹਨਾਂ ਨੇ ਅੱਗ ਨੂੰ ਬੁਝਾ ਕੇ ਸਿੱਖਾਂ ਨੂੰ ਕੱਢ ਕੇ ਵੀ ਲੈ ਜਾਣਾ ਹੈ। ਹੱਥ ਤੁਹਾਡੇ ਫਿਰ ਵੀ ਕੁਝ ਨਹੀਂ ਆਉਣਾ, ਸਗੋਂ ਤੁਸੀਂ ਆਪਣਾ ਨੁਕਸਾਨ ਹੀ ਕਰਾਵੋਗੇ। ਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਜੇ ਸਿੱਖਾਂ ਤੋਂ ਬਚਣਾ ਚਾਹੁੰਦੇ ਜੇ, ਤੁਸੀਂ ਨਹੀਂ ਚਾਹੁੰਦੇ ਕਿ ਬਾਹਰੋਂ ਸਿੱਖ ਆ ਕੇ ਸਾਡੇ ਤੇ ਹਮਲਾ ਕਰਨ ਜਾਂ ਸਾਡਾ ਨੁਕਸਾਨ ਕਰਨ, ਤੇ ਫਿਰ ਇੱਕੋ ਇੱਕ ਤਰੀਕਾ ਹੈ, ਜਿਹੜਾ ਤੁਹਾਡਾ ਇੱਥੇ ਡੇਰਾ ਲੱਗਾ ਇੱਥੋਂ ਡੇਰਾ ਚੁੱਕ ਲਵੋ ਤੇ ਪਛਾਹ ਚਲੇ ਜਾਵੋ। ਸਵੇਰ ਵੇਲੇ ਆ ਕੇ ਵੇਖ ਲੈਣਾ ਕਿ ਸਿੱਖ ਅੰਦਰ ਹੈਗੇ ਹਨ ਜਾਂ ਨਹੀਂ ਹੈਗੇ, ਉਹ ਸਵੇਰੇ ਤੁਸੀਂ ਵੇਖ ਲੈਣਾ। ਪਰ ਇਸ ਵਕਤ ਸਾਡੀ ਸਲਾਹ ਇਹੋ ਹੈ ਕਿ ਤੁਸੀਂ ਆਪਣੀ ਜਾਨ ਬਚਾਓ ਸਿੱਖਾਂ ਦੇ ਕੋਲੋਂ ਤੇ ਕਿਤੇ ਹੋਰ ਡੇਰਾ ਲਾ ਲਵੋ, ਇਹਨਾਂ ਸਿੱਖਾਂ ਨੂੰ ਛੱਡੋ
ਤੇ ਜੇ ਕਿਤੇ ਉਹ ਸਿੱਖ ਆ ਗਏ ਤੁਹਾਨੂੰ ਦੇਣੇ ਦੇ ਲੈਣੇ ਪੈ ਜਾਣਗੇ, ਤੁਹਾਡਾ ਨੁਕਸਾਨ ਜ਼ਿਆਦਾ ਹੋ ਜਾਵੇਗਾ। ਇਸ ਤਰੀਕੇ ਦੇ ਨਾਲ ਲੋਕਾਂ ਨੇ ਫੌਜ ਨੂੰ ਡਰਾ ਦਿੱਤਾ। ਲੋਕਾਂ ਨੂੰ ਉਹਨੇ ਦਇਓ ਡਰਵਾਏ। ਲੋਕਾਂ ਨੇ ਇਸ ਤਰੀਕੇ ਨਾਲ ਫੌਜਦਾਰ ਨੂੰ ਅਤੇ ਫੌਜਦਾਰ ਦੀ ਫੌਜ ਨੂੰ ਡਰਾ ਦਿੱਤਾ। ਰਾਤ ਪਰੈ ਮਾਰੈ ਸਿੰਘ ਆਏ। ਰਾਤ ਪਰੈ ਮਾਰੈ ਸਿੰਘ ਆਏ, ਕਿਉਂਕਿ ਰਾਤ ਪੈਣ ਦੇ ਨਾਲ ਸਿੱਖ ਬਾਹਰ ਆਉਂਦੇ ਹਨ। ਸਿੱਖ ਆਪਣੇ ਪਦਾਰਥਾਂ ਦਾ ਪ੍ਰਬੰਧ ਕਰਦੇ ਹਨ। ਸਿੱਖ ਇੱਧਰ ਉੱਧਰ ਘੁੰਮਦੇ ਹਨ। ਤੇ ਜਦੋਂ ਉਹਨਾਂ ਨੇ ਇਸ ਅੱਗ ਦੀਆਂ ਲਾਟਾਂ ਨੂੰ ਵੇਖਿਆ ਕਿ ਫਲਾਣੀ ਜਗ੍ਹਾ ਤੇ ਜੰਗਲ ਵਿੱਚ ਅੱਗ ਲੱਗੀ ਹੈ ਤੇ ਉਹਨਾਂ ਨੇ ਇੱਥੇ ਬੁਝਾਉਣ ਵਾਸਤੇ ਜ਼ਰੂਰ ਆਉਣਾ ਹੀ ਆਉਣਾ ਹੈ, ਤੇ ਫਿਰ ਤੁਹਾਨੂੰ ਜਿਹੜਾ ਕੋਈ ਬਚਾ ਨਹੀਂ ਸਕਦਾ। ਫਿਰ ਉਹਨਾਂ ਨੇ ਤੁਹਾਡਾ ਨੁਕਸਾਨ ਵੀ ਕਰਨਾ ਹੈ। ਉਹਨਾਂ ਨੇ ਤੁਹਾਡੇ ਪਦਾਰਥ ਵੀ ਲੈ ਜਾਣੇ ਹਨ। ਉਹਨਾਂ ਨੇ ਤੁਹਾਡੇ ਆ ਕੇ ਜਿਹੜਾ ਰਾਸ਼ਨ ਪਾਣੀ ਉਹ ਵੀ ਲੈ ਜਾਣਾ ਹੈ। ਅਸਲਾ ਪਾਣੀ ਬਰੂਦ ਜੋ ਕੁਝ ਤੁਹਾਡੇ ਕੋਲ ਹੋਇਆ ਉਹਨਾਂ ਨੂੰ ਫ੍ਰੀ ਦੇ ਵਿੱਚ ਮਿਲ ਜਾਣਾ ਹੈ। ਤੇ ਤੁਹਾਡਾ ਨੁਕਸਾਨ ਜਿਹੜਾ ਜਾਨੀ ਵੀ ਹੋ ਜਾਣਾ ਹੈ ਤੇ ਮਾਲੀ ਨੁਕਸਾਨ ਵੀ ਤੁਹਾਡਾ ਹੋ ਜਾਣਾ ਹੈ। ਇਤ ਡਰ ਛਾੜ ਉਡੈਣ ਗਏ। ਇਤ ਡਰ ਛਾੜ ਉਏ ਗਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਜਦੋਂ ਪਿੰਡ ਦੇ ਲੋਕਾਂ ਨੇ ਏਦਾਂ ਡਰਾ ਦਿੱਤਾ ਤੇ ਫੌਜਦਾਰ ਤੇ ਫੌਜ ਸਾਰੀ ਡਰ ਗਈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਵਾਕਈ ਜੋ ਲੋਕ ਕਹਿ ਰਹੇ ਹਨ ਇਸ ਗੱਲ ਜਿਹੜੀ ਸਹੀ ਹੈ, ਇਹ ਗੱਲ ਵਿੱਚ ਦਮ ਹੈ। ਅਸੀਂ ਇੱਥੇ ਰਾਤ ਨੂੰ ਡੇਰੇ ਲਾ ਕੇ ਡੀਕਣ ਦੇ ਹੋਣਾ ਹੈ ਕਦੋਂ ਦਿਨ ਚੜ੍ਹੇਗਾ, ਤੇ ਸਾਨੂੰ ਡੀਕਦਿਆਂ ਨੀਂਦ ਆ ਜਾਣੀ ਹੈ। ਤੇ ਜੇ ਸਿੱਖ ਆ ਗਏ ਉਹਨਾਂ ਨੇ ਸਾਡਾ ਜਾਨੀ ਮਾਲੀ ਨੁਕਸਾਨ ਕਰ ਜਾਣਾ ਹੈ ਤੇ ਇਹਨਾਂ ਸਿੱਖਾਂ ਨੂੰ ਵੀ ਬਚਾ ਕੇ ਲੈ ਜਾਣਾ ਹੈ, ਜਿਨ੍ਹਾਂ ਨੂੰ ਅਸੀਂ ਰਾਤ ਨੂੰ ਜਿਹੜਾ ਅੰਦਰ ਕੈਦ ਕਰਕੇ ਰੱਖਣ ਦੀ ਸੋਚੀ ਹੋਈ ਹੈ। ਸਾਡਾ ਜਿਹੜਾ ਬਹੁਤ ਵੱਡਾ ਸਾਨੂੰ ਘਾਟਾ ਪੈ ਜਾਵੇਗਾ। ਤੇ ਇਸ ਘਾਟੇ ਤੋਂ ਬਚਣ ਵਾਸਤੇ ਫੌਜਦਾਰ ਡਰ ਗਿਆ, ਆਪਦੇ ਸਿਪਾਹੀ ਡਰ ਗਏ ਅਤੇ ਉਥੋਂ ਡੇਰਾ ਚੁੱਕ ਕੇ ਪਿਛਾਂਹ ਚਲੇ ਗਏ। ਲੋਕ ਚੁਫੇਰਿਓ ਆਵਤ ਪਏ। ਲੋਕ ਚੁਫੇਰਿਓ ਆਵਤ ਪਏ। ਜਦੋਂ ਲੋਕਾਂ ਨੇ ਵੇਖ ਲਿਆ ਕਿ ਹੁਣ ਫੌਜਦਾਰ ਆਪਣੀ ਫੌਜ ਨੂੰ ਲੈ ਕੇ ਚਲਾ ਗਿਆ ਹੈ, ਤੇ ਫਿਰ ਲੋਕਾਂ ਨੇ ਆ ਕੇ ਉਸ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ। ਚੌਵੇਂ ਬੰਨਿਓਂ ਆ ਕੇ ਅੱਗ ਨੂੰ ਬੁਝਾਉਣ ਵਾਸਤੇ ਲੋਕ ਭਾਰੀ ਗਿਣਤੀ ਵਿੱਚ ਆ ਗਏ। ਬੁਝਾਏ ਆਗ ਤੇ ਲਏ ਨਿਕਾਰ। ਬੁਝਾਏ ਆਗ ਤੇ ਲਏ ਨਕਾਰ। ਜਿਹੜੀ ਬਾਹਰ ਅੱਗ ਲੱਗੀ ਹੋਈ ਸੀ ਗੁਫਾ ਨੂੰ, ਖੱਡ ਨੂੰ, ਉਹ ਅੱਗ ਜਿਹੜੀ ਲੋਕਾਂ ਨੇ ਬੁਝਾ ਦਿੱਤੀ, ਕਿਉਂਕਿ ਅੰਦਰ ਦੀ ਅੱਗ ਤੇ ਸਿੱਖਾਂ ਨੇ ਬੁਝਾ ਲਈ ਸੀ, ਪਰ ਬਾਹਰ ਦੀ ਅੱਗ ਜਿਹੜੀ ਹਜੇ ਲੱਗੀ ਹੋਈ ਸੀ ਉਹ ਲੋਕਾਂ ਨੇ ਬੁਝਾ ਦਿੱਤੀ। ਤੇ ਜਿਹੜੇ ਸਿੱਖ ਅੰਦਰ ਸਨ ਉਹ ਬਾਹਰ ਆ ਗਏ। ਐਸ ਬਿਤੀ ਉਨ ਸਿੰਘਨ ਨਾਰ। ਐਸ ਬਿਤੀ ਉਨ ਸਿੰਘਨ ਨਾਰ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਉਹਨਾਂ ਸਿੱਖਾਂ ਦੇ ਨਾਲ ਭਾਣਾ ਵਾਪਰਿਆ। ਜਿਨ ਸਿਰ ਬੀਤੀ ਤਿਨ ਸੋ ਹਮ ਸੁਣੀ। ਜਿਨ ਸਿਰ ਬੀਤੀ ਤਿਨ ਸੋ ਹਮ ਸੁਣੀ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹਦੇ ਨਾਲ ਇਹ ਬੀਤੀ ਹੈ, ਜਿਨ੍ਹਾਂ ਸਿੱਖਾਂ ਦੇ ਉੱਤੇ ਇਹ ਭਾਣਾ ਵਰਤਿਆ ਹੈ, ਉਹਨਾਂ ਸਿੱਖਾਂ ਦੇ ਕੋਲੋਂ ਮੈਂ ਸੁਣਿਆ ਹੈ। ਕਿਉਂਕਿ ਜਿਹੜਾ ਭਾਈ ਲੱਦਾ ਸਿੰਘ ਜੀ ਹੈ ਉਹ ਭਾਈ ਮਹਿਤਾਬ ਸਿੰਘ ਮੀਰਾਕੋਟ ਦੇ ਪਿੰਡ ਦਾ ਰਹਿਣ ਵਾਲਾ ਹੈ। ਭਾਵ ਕਿ ਰਤਨ ਸਿੰਘ ਭੰਗੂ ਦਾ ਉਹ ਤਾਇਆ ਲੱਗਦਾ ਹੈ। ਤੇ ਸਾਰਾ ਪ੍ਰਸੰਗ ਇਹ ਜਿਹੜਾ ਭਾਈ ਰਤਨ ਸਿੰਘ ਜੀ ਨੇ ਆਪਣੇ ਤਾਏ ਤੋਂ ਸੁਣਿਆ ਹੋਇਆ ਹੈ, ਕਿਉਂਕਿ ਭਾਈ ਲੱਦਾ ਸਿੰਘ ਜੀ ਉਹਦੇ ਨਾਲ ਇਹ ਜਿਹੜਾ ਭਾਣਾ ਵਾਪਰਿਆ, ਉਹਦੇ ਨਾਲ ਇਹ ਘਟਨਾ ਵਾਪਰੀ। ਉਹਨੇ ਸਾਰਾ ਕੁਝ ਦੱਸਿਆ, ਕਿਵੇਂ ਫੌਜ ਨੇ ਸਾਨੂੰ ਘੇਰਿਆ, ਕਿਵੇਂ ਗੋਲੀਆਂ ਚਲਾਈਆਂ, ਕਿਵੇਂ ਲੋਕਾਂ ਨੇ ਖੱਡ ਨੂੰ ਪੁੱਟਣ ਦਾ ਯਤਨ ਕੀਤਾ, ਫਿਰ ਕਿਵੇਂ ਲੋਕਾਂ ਨੇ ਜਿਹੜਾ ਫੌਜ ਨੂੰ ਭਜਾਇਆ ਤੇ ਫੌਜਦਾਰ ਨੇ ਕਿਵੇਂ ਅੱਗ ਲਾਈ। ਉਹ ਸਾਰੇ ਦਾ ਸਾਰਾ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ ਮੈਨੂੰ ਮੇਰੇ ਵੱਡਿਆਂ ਨੇ ਦੱਸਿਆ ਤੇ ਜਿਨ੍ਹਾਂ ਨਾਲ ਇਹ ਬੀਤੀ ਉਹਨਾਂ ਨੇ ਮੈਨੂੰ ਸੁਣਾਈ ਹੈ। ਰਤਨ ਸਿੰਘ ਸੋ ਲਿਖ ਦਈ ਗੁਨੀ। ਰਤਨ ਸਿੰਘ ਲਿਖ ਦਈ ਸੋ ਗੁਨੀ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਉਦਾਂ ਫਿਰ ਮੈਂ ਇਸ ਗ੍ਰੰਥ ਦੇ ਵਿੱਚ ਉਸ ਪ੍ਰਸੰਗ ਨੂੰ, ਉਸ ਵਾਪਰੀ ਹੋਈ ਘਟਨਾ ਨੂੰ ਲਿਖ ਦਿੱਤਾ। ਦੋਹਰਾ ਐਸੋ ਐਸਾ ਦੁਖ ਸਹੇ ਤੋ ਛੱਡੇ ਸੁਦਾਈਏ ਨਾਹੀ। ਐਸੋ ਦੁੱਖ ਸਹੇ ਤੋ ਛੱਡੇ ਸੁਦਾਈਏ ਨਾਹੀ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਇੰਨੇ ਔਖੇ ਸਮੇਂ ਦੇ ਵਿੱਚ ਵੀ ਸਿੱਖਾਂ ਨੇ ਏਦਾਂ ਦੇ ਦੁੱਖ ਸਹਾਰੇ ਹਨ। ਸਰਕਾਰ ਦੇ ਵੱਲੋਂ ਜਿਹੜਾ ਵੀ ਦੁੱਖ ਦਿੱਤਾ ਜਾਂਦਾ ਸੀ ਸਿੱਖ ਆਪਣੇ ਪਿੰਡੇ ਉੱਤੇ ਹੰਢਾ ਲੈਂਦੇ ਸੀ।
ਪਰ ਕਦੇ ਵੀ ਇਹ ਨਹੀਂ ਸੀ ਮੰਨਦੇ, ਝੁਕਦੇ ਨਹੀਂ ਸਨ। ਤੇ ਪਰ ਜਿਹੜਾ ਪਾਤਸ਼ਾਹੀ ਦਾ ਦਾਵਾ ਹੈ ਉਹ ਵੀ ਸਿੱਖ ਛੱਡਦੇ ਨਹੀਂ ਹਨ। ਛੱਡੇ ਸੋ ਦਈਏ ਨਾਹੀ, ਛੱਡੇ ਸੋ ਦਈਏ ਨਾਹੀ ਤੋਂ ਭਾਵ ਕਿ ਜਿਹੜਾ ਪਾਤਸ਼ਾਹੀ ਦਾ ਦਾਵਾ ਹੈ ਪੰਜਾਬ ਦੇ ਵਿੱਚ ਸਿੱਖ ਰਾਜ ਸਥਾਪਿਤ ਕਰਨ ਦਾ, ਸਿੱਖ ਰਾਜ ਕਾਇਮ ਕਰਨ ਦਾ, ਉਹ ਜਿਹੜਾ ਦਾਵਾ ਵੀ ਛੱਡਦੇ ਨਹੀਂ ਹਨ। ਕਿਉਂਕਿ ਸਿੱਖ ਇਸ ਗੱਲ ਨੂੰ ਜਾਣਦੇ ਹਨ ਕਿ ਜਿਹੜੀ ਪਾਤਸ਼ਾਹੀ ਹੈ ਸਾਨੂੰ ਸਾਡੇ ਗੁਰੂ ਨੇ ਦਿੱਤੀ ਹੈ ਤੇ ਗੁਰੂ ਦੇ ਬਚਨਾਂ ਅਨੁਸਾਰ ਇਹ ਹੌਲੀ ਹੌਲੀ ਪਾਤਸ਼ਾਹੀ ਖਾਲਸੇ ਦੀ ਝੋਲੀ ਵਿੱਚ ਆ ਰਹੀ ਹੈ। ਇਸ ਕਰਕੇ ਸਿੱਖ ਦੁੱਖ ਵੀ ਸਹਾਰਦੇ ਹੋਏ ਇਸ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਦੇ। ਖੱਤਰੀ ਤਰਖਾਣ ਕਲਾਲ ਜੱਟ ਮਿਲੀ ਪਤਸ਼ਾਹੀ ਤਾਹੇ। ਖੱਤਰੀ ਤਰਖਾਣ ਕਲਾਲ ਜੱਟ ਮਿਲੀ ਪਤਸ਼ਾਹੀ ਤਾਹੇ। ਦੁਨਿਆਵੀ ਤੌਰ ਤੇ ਜਿੰਨੀਆਂ ਵੀ ਬ੍ਰਾਹਮਣ ਦੇ ਵੱਲੋਂ ਜਾਤਾਂ ਬਣਾਈਆਂ ਹੋਈਆਂ ਹਨ, ਇਹ ਸਾਰੀਆਂ ਜਾਤਾਂ ਦੇ ਜਿਹੜੇ ਲੋਕ ਜਿਹੜੇ ਬ੍ਰਾਹਮਣਾਂ ਵੱਲੋਂ ਜਾਂ ਉੱਚੀ ਜਾਤ ਵੱਲੋਂ ਫਟਕਾਰੇ ਹੋਏ ਸਨ, ਇਹਨਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਗਲ ਦੇ ਨਾਲ ਲਾਇਆ ਅਤੇ ਸਾਰਿਆਂ ਨੂੰ ਗਲ ਵਕੜੀ ਲੈ ਕੇ ਇਹ ਰਾਜ ਭਾਗ ਪਾਤਸ਼ਾਹੀ ਸਤਿਗੁਰੂ ਜੀ ਨੇ ਇਹਨਾਂ ਤਰਖਾਣ ਖੱਤਰੀ ਕਲਾਲ ਜੱਟ ਜਾਂ ਹੋਰ ਜਿੰਨੇ ਸ਼ੂਦਰ ਜਾਤ ਵਿੱਚ ਆਉਂਦੇ ਹਨ ਸਾਰਿਆਂ ਦੀ ਝੋਲੀ ਵਿੱਚ ਖਾਲਸੇ ਰਾਜ, ਖਾਲਸਾ ਰਾਜ ਸਤਿਗੁਰੂ ਜੀ ਨੇ ਪਾ ਦਿੱਤਾ। ਸੁਬੇਗ ਸਿੰਘ ਜੰਬਰ ਪਇਓ ਸਿੱਖੀ ਮਦ ਮਜ਼ਬੂਤ। ਸੁਬੇਗ ਸਿੰਘ ਜੰਬਰ ਪਇਓ ਸਿੱਖੀ ਮਦ ਮਜ਼ਬੂਤ। ਭਾਈ ਰਤਨ ਸਿੰਘ ਜੀ ਭੰਗੂ ਹੁਣ 18ਵੀਂ ਸਦੀ ਦੇ ਵਿੱਚ ਕਈ ਸਿੱਖਾਂ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਅੱਤ ਦੇ ਤਸੀਹੇ ਸਹੇ ਹਨ। ਉਹਨਾਂ ਵਿੱਚੋਂ ਇੱਕ ਸਿੱਖ ਉਹ ਹੈ ਜਿਨੇ ਆਪਣੇ ਪੁੱਤਰ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਹੈ, ਭਾਵ ਕਿ ਭਾਈ ਸੁਬੇਗ ਸਿੰਘ ਅਤੇ ਭਾਈ ਸੁਬੇਗ ਸਿੰਘ ਦਾ ਪੁੱਤਰ ਸ਼ਾਹਬਾਜ਼ ਸਿੰਘ। ਜਿਸ ਵਕਤ ਪੂਰੀ ਸਖਤਾਈ ਸੀ ਸਿੱਖਾਂ ਦੇ ਉੱਤੇ ਤੇ ਪਿੰਡ ਦੇ ਵਿੱਚ ਕਿਰਤੀ ਸਿੱਖਾਂ ਨੂੰ ਜਾਂ ਸਰਕਾਰ ਦੇ ਵਿੱਚ ਜਿਹੜੇ ਸਰਕਾਰੀ ਨੌਕਰੀ ਕਰ ਰਹੇ ਸਨ ਉਹਨਾਂ ਨੂੰ ਜਿਹੜਾ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਤਸ਼ੱਦਦ ਦਿੱਤੇ ਗਏ, ਉਹਨਾਂ ਵਿੱਚੋਂ ਭਾਈ ਸੁਬੇਗ ਸਿੰਘ ਜੀ ਹਨ ਜਿਹੜੇ ਸਰਕਾਰੀ ਨੌਕਰੀ ਕਰਦੇ ਹਨ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਸਿੱਖੀ ਮਦ ਮਜ਼ਬੂਤ। ਭਾਵੇਂ ਸਰਕਾਰੀ ਨੌਕਰੀ ਕਰਦੇ ਹਨ ਪਰ ਸਿੱਖੀ ਨੂੰ ਪੂਰੇ ਸਮਰਪਿਤ ਹਨ, ਸਿੱਖੀ ਨੂੰ ਉਹਨਾਂ ਨੇ ਕਮਾਇਆ ਹੋਇਆ ਹੈ, ਸਿੱਖੀ ਵਿੱਚ ਬੜੇ ਪ੍ਰਪੱਕ ਹਨ। ਤੇ ਭਾਈ ਸੁਬੇਗ ਸਿੰਘ ਜੀ ਜੰਬਰ ਪਿੰਡ ਦੇ ਰਹਿਣ ਵਾਲੇ ਹਨ ਤੇ ਸਿੱਖੀ ਉਹਨਾਂ ਦੇ ਹੱਡਾਂ ਦੇ ਵਿੱਚ ਹੈ, ਭਾਵ ਕਿ ਗੁਰੂ ਨਾਨਕ ਪਾਤਸ਼ਾਹ ਜੀ ਸਿੱਖੀ ਤੋਂ ਉਹ ਬੇਮੁਖ ਨਹੀਂ ਹੋਏ। ਭਾਵੇਂ ਸਰਕਾਰੀ ਨੌਕਰੀ ਕਰਦੇ ਹਨ, ਕਿਉਂਕਿ ਕਿੱਤਾ ਕੋਈ ਵੀ ਮਨੁੱਖ ਕਰ ਸਕਦਾ ਹੈ, ਨੌਕਰੀ ਕੋਈ ਵੀ ਕਰ ਸਕਦਾ ਹੈ, ਕੋਈ ਵੀ ਕੰਮਕਾਰ ਸ਼ੁਰੂ ਕਰ ਸਕਦਾ ਹੈ, ਪਰ ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਹੈ, ਆਪਣੇ ਧਰਮ ਦੇ ਵਿੱਚ ਰਹਿਣਾ, ਇਹੋ ਹੀ ਸਤਿਗੁਰੂ ਦਾ ਉਪਦੇਸ਼ ਹੈ। ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਜੈਨ ਈਸਾਈ ਹਨ ਤੇ ਭਾਵੇਂ ਸਿੱਖ ਹੈ, ਕੋਈ ਵੀ ਕੰਮਕਾਰ ਕਰ ਸਕਦਾ ਹੈ। ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਸਾਰਿਆਂ ਨੂੰ ਹਦਾਇਤ ਇਹੋ ਹੀ ਦਿੱਤੀ ਹੈ ਕਿ ਭਾਈ ਆਪਣੇ ਧਰਮ ਨੂੰ ਕਦੇ ਨਹੀਂ ਛੱਡਣਾ, ਆਪਣੇ ਧਰਮ ਦੇ ਵਿੱਚ ਰਹਿਣਾ ਹੈ। ਜੇ ਮੁਸਲਮਾਨ ਨੂੰ ਸਮਝਾਇਆ ਹੈ ਤਾਂ ਮੁਸਲਮਾਨ ਨੂੰ ਵੀ ਸਤਿਗੁਰੂ ਜੀ ਨੇ ਇਹੋ ਉਪਦੇਸ਼ ਦਿੱਤਾ ਹੈ ਕਿ ਵਕਤ ਪੰਜ ਨਵਾਜਾ, ਵਕਤ ਪੰਜ, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ, ਦੋਏ ਤੀਜਾ ਖੈਰ ਖੁਦਾਏ, ਮਨ ਚੌਥੀ ਨੀਅਤ ਰਾਸ, ਮਨ ਪੰਜਵੀਂ ਸਿਫਤ ਸੁਣਾਏ। ਸਤਿਗੁਰੂ ਜੀ ਨੇ ਇਹ ਮੁਸਲਮਾਨ ਨੂੰ ਵੀ ਉਪਦੇਸ਼ ਦਿੱਤਾ ਹੈ ਤੇ ਖੱਤਰੀ ਨੂੰ ਵੀ ਉਪਦੇਸ਼ ਦਿੱਤਾ ਹੈ, ਬ੍ਰਾਹਮਣ ਨੂੰ ਵੀ ਇਹੋ ਉਪਦੇਸ਼ ਦਿੱਤਾ ਹੈ ਕਿ ਭਾਈ ਤੂੰ ਜਿਹੜਾ ਮਰਜ਼ੀ ਕੰਮ ਕਰ ਪਰ ਤੂੰ ਆਪਣੇ ਧਰਮ ਨੂੰ ਨਹੀਂ ਤਿਆਗਣਾ। ਇਸੇ ਤਰੀਕੇ ਨਾਲ ਭਾਈ ਸੁਬੇਗ ਸਿੰਘ ਜੀ ਹਨ, ਬੇਸ਼ੱਕ ਸਰਕਾਰੀ ਨੌਕਰੀ ਕਰਦੇ ਹਨ ਪਰ ਆਪਣੇ ਧਰਮ ਤੋਂ ਦੂਰ ਨਹੀਂ ਹਨ, ਆਪਣੇ ਧਰਮ ਦੇ ਵਿੱਚ ਪਰਪੱਕ ਹਨ। ਜਿਹੜਾ ਮਰਜ਼ੀ ਕੋਈ ਕੰਮਕਾਜ ਕਰ ਲਵੇ, ਸਤਿਗੁਰੂ ਜੀ ਨੇ ਰੋਕਿਆ ਨਹੀਂ, ਬਸ ਸਤਿਗੁਰੂ ਜੀ ਨੇ ਇਹ ਹਦਾਇਤ ਕੀਤੀ ਹੈ ਕਿ ਕੰਮਕਾਜ ਜਿਹੜਾ ਉਹ ਦਸਾਂ ਨੌਵਾਂ ਦੀ ਕਮਾਈ ਹੋਵੇ, ਇਮਾਨਦਾਰੀ ਦੀ ਹੋਵੇ, ਜਿਹਨੂੰ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਆ ਜਿਹੜੀ ਕਮਾਈ ਕਰਨ ਵਾਸਤੇ
ਸਤਿਗੁਰੂ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਤੇ ਨਾਲ ਨਾਲ ਧਰਮ ਨੂੰ ਕਮਾਉਣ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ। ਤੇ ਭਾਈ ਸੁਬੇਗ ਸਿੰਘ ਜੀ ਨਾਲ ਸਰਕਾਰੀ ਨੌਕਰੀ ਕਰਦੇ ਹਨ ਤੇ ਨਾਲ ਆਪਣੇ ਧਰਮ ਦੇ ਵਿੱਚ ਪਰਪੱਕ ਹਨ ਤੇ ਨੌਕਰੀ ਵੀ ਕੋਈ ਛੋਟੀ ਮੋਟੀ ਨਹੀਂ ਹੈ। ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਵਕੀਲ ਹਨ ਅਤੇ ਨਾਲ ਨਾਲ ਠੇਕੇਦਾਰੀ ਦਾ ਕੰਮ ਕਰਦੇ ਹਨ। ਭਾਵ ਕਿ ਠੇਕੇਦਾਰੀ ਤੋਂ ਭਾਵ ਹੈ ਕਿ ਜਦੋਂ ਸਰਕਾਰੀ ਰਾਸ਼ਨ ਪਾਣੀ ਆਉਣਾ ਉਹਦਾ ਠੇਕੇਦਾਰ ਬਣ ਕੇ ਸਰਕਾਰ ਦੇ ਵੱਲੋਂ ਉਸ ਰਾਸ਼ਨ ਪਾਣੀ ਨੂੰ ਇੱਕ ਜਗ੍ਹਾ ਦੂਜੀ ਜਗ੍ਹਾ ਪਹੁੰਚਾ ਦੇਣਾ। ਭਾਵ ਕਿ ਠੇਕੇਦਾਰੀ ਵੀ ਕਰਦੇ ਹਨ ਤੇ ਵਕੀਲ ਦਾ ਕੰਮ ਵੀ ਕਰਦੇ ਹਨ ਤੇ ਨਾਲ ਨਾਲ ਆਪਣੇ ਧਰਮ ਦੇ ਵਿੱਚ ਵੀ ਮਜ਼ਬੂਤ ਹਨ, ਸਿੱਖੀ ਦੇ ਵਿੱਚ ਪਰਪੱਕ ਹਨ, ਸਿੱਖੀ ਤੋਂ ਉਹ ਦੂਰ ਨਹੀਂ ਹੋਏ। ਪਰ ਜੇ ਆਪਾਂ ਵੇਖੀਏ ਤੇ ਸਾਡੇ ਮਨੁੱਖ ਆਪਣੇ ਮਨੁੱਖਾਂ ਦਾ ਸੁਭਾਅ ਹੈ, ਦੁਨੀਆ ਦਾ ਇਹ ਸੁਭਾਅ ਹੈ ਕਿ ਜੇ ਫਲਾਣਾ ਬੰਦਾ ਸਰਕਾਰੀ ਭਰਤੀ ਹੋ ਗਿਆ ਹੈ ਤੇ ਸਾਡੇ ਮਨ ਵਿੱਚ ਆ ਜਾਵੇਗਾ ਕਿ ਇਹ ਤੇ ਭਾਈ ਸਰਕਾਰੀ ਹੀ ਬਣ ਗਿਆ ਹੈ, ਇਹ ਤੇ ਸਰਕਾਰ ਦਾ ਹੀ ਚਮਚਾ ਬਣ ਗਿਆ ਹੈ, ਇਹ ਤੇ ਸਰਕਾਰ ਨੂੰ ਸਮਰਪਿਤ ਹੋ ਗਿਆ। ਕਿਉਂਕਿ ਸਾਡੇ ਮਨ ਦੇ ਜਿਹੜੇ ਬਲਬਲੇ ਹਨ, ਸਾਡੇ ਮਨ ਦੇ ਵਿੱਚ ਬੜੇ ਘਟੀਆ ਖਿਆਲ ਆਉਂਦੇ ਹਨ ਦੂਜੇ ਪ੍ਰਤੀ ਮਾੜੇ ਬੜੇ ਖਿਆਲ ਆਉਣਗੇ ਕਿਉਂਕਿ ਸਾਡਾ ਮਨ ਜਿਹੜਾ ਟਿਕਦਾ ਨਹੀਂ ਹੈ। ਮਨ ਟਿਕਿਆ ਹੋਵੇ ਤੇ ਕਦੇ ਵੀ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਖਿਆਲ ਨਹੀਂ ਆਉਣਗੇ ਕਿਉਂਕਿ ਅਗਲਾ ਭਾਵੇਂ ਸਰਕਾਰੀ ਨੌਕਰੀ ਕਰ ਰਿਹਾ ਹੈ ਪਰ ਉਹ ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਹੈ, ਉਹ ਆਪਣੇ ਧਰਮ ਦੇ ਵਿੱਚ ਮਜ਼ਬੂਤ ਹੈ, ਉਹ ਭਾਵੇਂ ਕੋਈ ਵੀ ਕਿੱਤਾ ਕਰ ਰਿਹਾ ਹੈ ਪਰ ਆਪਣੇ ਧਰਮ ਤੋਂ ਉਹ ਦੂਰ ਨਹੀਂ ਹੈ। ਇਹ ਜਿਹੜੇ ਖਿਆਲ ਸਾਨੂੰ ਆਪਣੇ ਬਦਲਣੇ ਪੈਣਗੇ ਕਿ ਜਿਹੜੇ ਅਸੀਂ ਦੂਸਰੇ ਪ੍ਰਤੀ ਮਾੜੇ ਖਿਆਲ ਲੈ ਕੇ ਆ ਜਾਂਦੇ ਹਾਂ ਕਿਉਂਕਿ ਹਰੇਕ ਬੰਦਾ ਚੰਗਾ ਨਹੀਂ ਹੁੰਦਾ ਤੇ ਹਰੇਕ ਬੰਦਾ ਮਾੜਾ ਨਹੀਂ ਹੁੰਦਾ। ਸਤਿਗੁਰੂ ਜੀ ਦੀ ਬਾਣੀ ਵਿੱਚ ਇਸੇ ਕਰਕੇ ਸਤਿਗੁਰੂ ਨੇ ਕਿਹਾ ਹੋਇਆ ਹੈ, ਅਵਗੁਣੀ ਭਰਿਆ ਸਰੀਰ ਹੈ ਗੁਣ ਵੀ ਵਸੇ ਨਾਲ। ਇਹ ਜਿਹੜਾ ਸਰੀਰ ਅਵਗੁਣੀ ਭਰਿਆ ਹੈ, ਵਿਕਾਰ ਵੀ ਇਹਦੇ ਅੰਦਰ ਹਨ ਤੇ ਗੁਣ ਵੀ ਇਹਦੇ ਅੰਦਰ ਹੀ ਹਨ। ਪਰ ਨਾਲ ਸਤਿਗੁਰੂ ਨੇ ਹਦਾਇਤ ਕੀਤੀ ਹੈ, ਸਾਜ ਕਰੀਜਾ ਗੁਣਾ ਕੇਰੇ ਛੋੜ ਅਵਗੁਣ ਚੱਲੀਐ। ਸਤਿਗੁਰੂ ਜੀ ਕਹਿੰਦੇ ਬੇਸ਼ੱਕ ਚੰਗੇ ਅਤੇ ਮਾੜੇ ਗੁਣ ਸਰੀਰ ਵਿੱਚ ਹਨ ਪਰ ਮਨੁੱਖ ਤੂੰ ਜਿਹੜੇ ਚੰਗੇ ਗੁਣ ਗ੍ਰਹਿਣ ਕਰਨੇ ਹਨ, ਮਾੜੇ ਗੁਣਾਂ ਵੱਲ ਤੂੰ ਜਾਣਾ ਨਹੀਂ ਕਿਉਂਕਿ ਚੰਗੇ ਤੇ ਮਾੜੇ ਗੁਣ ਸਾਡੇ ਅੰਦਰ ਹੀ ਹਨ ਤੇ ਅਸੀਂ ਗੁਣਾਂ ਜਿਹੜੀ ਸਾਂਝ ਕਰਨੀ ਹੈ ਉਹ ਚੰਗੇ ਗੁਣਾਂ ਦੀ ਕਰਨੀ ਹੈ। ਬੇਸ਼ੱਕ ਕੋਈ ਫਲਾਣਾ ਸਰਕਾਰੀ ਨੌਕਰੀ ਕਰ ਰਿਹਾ ਹੈ ਤੇ ਹੋ ਸਕਦਾ ਹੈ ਉਹ ਕੁਝ ਸਮੇਂ ਵਾਸਤੇ ਭਟਕਿਆ ਵੀ ਹੋਵੇ ਪਰ ਉਹਦੇ ਅੰਦਰ ਜਿਹੜੇ ਚੰਗੇ ਗੁਣ ਹਨ ਉਹ ਸਾਨੂੰ ਗ੍ਰਹਿਣ ਕਰਨੇ ਚਾਹੀਦੇ ਹਨ, ਉਹ ਗੁਣ ਸਾਨੂੰ ਲੈਣੇ ਚਾਹੀਦੇ ਹਨ। ਮਾੜੇ ਗੁਣਾਂ ਨੂੰ ਜਿਹੜਾ ਉਹ ਪਿਛਾਂਹ ਕਰ ਦੇਣਾ ਚਾਹੀਦਾ ਹੈ। ਭਾਈ ਸੁਬੇਗ ਸਿੰਘ ਜੀ ਜੰਬਰ ਪਿੰਡ ਦੇ ਰਹਿਣ ਵਾਲੇ ਹਨ, ਜ਼ਕਰੀਆ ਖਾਨ ਦੇ ਦਰਬਾਰ ਵਿੱਚ ਵਕੀਲ ਹਨ, ਠੇਕੇਦਾਰੀ ਦਾ ਕੰਮ ਕਰਦੇ ਹਨ ਪਰ ਨਾਲ ਨਾਲ ਸਿੱਖੀ ਵਿੱਚ ਪਰਪੱਕ ਹਨ। वह भी सतगुरु सिख होतो जिसको थोता भूत। वह भी सतगुर सिख होतो जिसको थोता भूत। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਸੁਬੇਗ ਸਿੰਘ ਜੀ ਇਹਨਾਂ ਦੇ ਪਿਤਾ ਵੀ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਦੇ ਹਨ। ਉਹਨਾਂ ਨੇ ਵੀ ਸਿੱਖੀ ਨੂੰ ਕਮਾਇਆ ਅਤੇ ਉਹਨਾਂ ਦੀ ਸਿੱਖੀ ਨੂੰ ਕਮਾ ਕੇ ਜਦੋਂ ਵੇਖਿਆ, ਉਹਨਾਂ ਨੇ ਜਦੋਂ ਸਿੱਖੀ ਨੂੰ ਕਮਾਉਂਦੇ ਹੋਏ ਇਹਨਾਂ ਨੇ ਵੇਖਿਆ ਭਾਈ ਸੁਬੇਗ ਸਿੰਘ ਜੀ ਨੇ ਤੇ ਇਹਨਾਂ ਨੇ ਵੀ ਫਿਰ ਅੰਮ੍ਰਿਤ ਛਕਿਆ ਅਤੇ ਇਹਨਾਂ ਨੇ ਵੀ ਫਿਰ ਸਿੱਖੀ ਨੂੰ ਕਮਾਇਆ ਕਿਉਂਕਿ ਜਿਹੋ ਜੇ ਘਰ ਦੇ ਵਿੱਚ ਆਪਾਂ ਰਹਿੰਦੇ ਹਾਂ, ਮਾਹੌਲ ਵਿੱਚ ਰਹਿੰਦੇ ਹਾਂ, ਉਹੋ ਜਿਹਾ ਮਾਹੌਲ ਦੇ ਵਿੱਚ ਹੀ ਸਾਡੇ ਜਿਹੜੇ ਉਹ ਬੱਚੇ ਪਲਣਗੇ। ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਹੋਇਆ ਹੈ ਕਿਉਂਕਿ ਜਿਹੋ ਜੀ ਸੰਗਤ ਵਿੱਚ ਮਨੁੱਖ ਰਵੇਗਾ ਉਹੋ ਜੀ ਸੰਗਤ ਦਾ ਫਲ ਜਿਹੜਾ ਉਹੋ ਜੀ ਸੰਗਤ ਦੀ ਰੰਗਤ ਉਸ ਨੂੰ ਲੱਗੇਗੀ। ਮਾੜੀ ਸੰਗਤ ਹੋਵੇਗੀ ਤੇ ਮਾੜਾ ਹੀ ਰੰਗ ਲੱਗੇਗਾ, ਚੰਗੀ ਸੰਗਤ ਹੋਵੇਗੀ ਚੰਗਾ ਹੀ ਰੰਗ ਲੱਗੇਗਾ। ਜੇ ਘਰ ਦੇ ਵਿੱਚ ਸ਼ਰਾਬ ਚੱਲਦੀ ਹੈ ਤੇ ਫਿਰ ਇਹਨੂੰ ਆਪਾਂ ਰੋਕ ਹੀ ਨਹੀਂ ਸਕਦੇ ਕਿ ਜੇ ਬੱਚੇ ਜਿਹੜੇ ਸ਼ਰਾਬ ਤੋਂ ਰੁਕੇ ਰਹਿਣ, ਉਹ ਨਸ਼ਾ ਕਰਨਗੇ ਹੀ ਕਰਨਗੇ। ਤੇ ਜੇ ਘਰ ਦੇ ਵਿੱਚ ਬਾਣੀ ਚੱਲਦੀ ਹੈ ਤੇ ਸਾਡੇ ਬੱਚੇ ਜ਼ਰੂਰ ਬਾਣੀ ਪੜ੍ਹਨਗੇ ਹੀ ਪੜ੍ਹਨਗੇ, ਸਾਡੇ ਬੱਚੇ ਜ਼ਰੂਰ ਚੰਗੇ ਬੰਨੇ ਜਾਣਗੇ ਹੀ ਜਾਣਗੇ ਕਿਉਂਕਿ ਜਿਹੋ ਜੇ ਮਾਹੌਲ ਵਿੱਚ ਰਹੇਗਾ ਬੱਚਾ ਉਹੋ ਜੇ ਮਾਹੌਲ ਦੀ ਸੰਗਤ ਰੰਗਤ ਉਹਨੂੰ ਲੱਗ ਜਾਵੇਗੀ। ਤੇ ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਵਿੱਚ ਵੀ ਕਿਹਾ, ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੈ ਅਵਗੁਣ ਧੋਵੈ।
ਚੰਗੀ ਸੰਗਤ ਹੋਵੇਗੀ ਤੇ ਚੰਗੇ ਗੁਣ ਗ੍ਰਹਿਣ ਕਰੇਗਾ, ਮਾੜੀ ਸੰਗਤ ਹੋਵੇਗੀ ਤੇ ਮਾੜੇ ਗੁਣ ਹੀ ਗ੍ਰਹਿਣ ਕਰੇਗਾ। ਤੇ ਸਤਿਗੁਰੂ ਜੀ ਕਹਿੰਦੇ ਹੀ ਮਨੁੱਖ ਚੰਗੀ ਸੰਗਤ ਦਾ ਤੂੰ ਧਾਰਨੀ ਹੋਣਾ ਹੈ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਬਚਨ ਹੈ, ਕਬੀਰ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ, ਵਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਸਤਿਗੁਰੂ ਜੀ ਕਹਿੰਦੇ ਸਾਖਤ ਬੰਦੇ ਦਾ, ਰੱਬ ਤੋਂ ਟੁੱਟੇ ਹੋਏ ਬੰਦੇ ਦਾ ਜਾਂ ਮਾੜੇ ਰਾਹ ਤੇ ਜਿਹੜਾ ਤੁਰਿਆ ਹੋਇਆ ਉਸ ਬੰਦੇ ਦਾ ਸੰਗ ਕਰੇਗਾ, ਭਾਵੇਂ ਤੂੰ ਕੋਈ ਗੁਨਾਹ ਨਾ ਵੀ ਕੀਤਾ ਹੋਇਆ, ਤੇਰੇ ਤੇ ਇਲਜ਼ਾਮ ਲੱਗੇਗਾ ਹੀ ਲੱਗੇਗਾ, ਕਿਉਂਕਿ ਤੂੰ ਉਹਦੇ ਨਾਲ ਤੁਰਿਆ ਜਾ ਰਿਹਾ ਵਾ, ਤੂੰ ਉਹਦੀ ਸੰਗਤ ਦੇ ਵਿੱਚ ਜਿਹੜਾ ਸ਼ਾਮਲ ਆ, ਤੇਰੇ ਉੱਤੇ ਵੀ ਉਹ ਦੋਸ਼ ਲੱਗੇਗਾ ਹੀ ਲੱਗੇਗਾ ਕਿ ਫਲਾਣਾ ਬੰਦਾ ਜਿਹੜਾ ਉਸ ਮਾੜੇ ਬੰਦੇ ਨਾਲ ਤੁਰਿਆ ਜਾ ਰਿਹਾ ਸੀ, ਉਹ ਵੀ ਜਿਹੜਾ ਗੁਨਾਹ ਦੇ ਵਿੱਚ ਭਾਗੀਦਾਰ ਹੈਗਾ, ਉਹਨੇ ਵੀ ਨਾਲ ਕੀਤਾ ਹੀ ਹੋਵੇਗਾ, ਭਾਵੇਂ ਉਹਨੇ ਨਹੀਂ ਕੀਤਾ, ਪਰ ਜਿਹੜਾ ਨਿਸ਼ਾਨ, ਪਰ ਜਿਹੜਾ ਉਹਦੇ ਤੇ ਦੋਸ਼ ਲੱਗਣਾ ਹੀ ਲੱਗਣਾ ਹੈ, ਕਿਉਂਕਿ ਇਹ ਸੰਸਾਰ ਦੀ ਫਿਤਰ ਹੈ, ਸੰਸਾਰ ਦਾ ਸੁਭਾਅ ਹੈ। ਤੇ ਇਸੇ ਕਰਕੇ ਸਤਿਗੁਰੂ ਕਹਿੰਦੇ ਹਨ ਕਿ ਚੰਗੀ ਗੱਲ ਇਹ ਹੈ ਕਿ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਜੇ ਇਸ ਦੋਸ਼ ਤੋਂ ਬਚਣਾ ਚਾਹੁੰਦਾ ਹੈ ਤੇ ਫਿਰ ਉਹ ਤੋਂ ਦੂਰ ਹੀ ਰਹੀ, ਜੇ ਲਾਗੇ ਰਵੇਗਾ ਤੇ ਤੇਰੇ ਦੋਸ਼ ਲੱਗੇਗਾ ਹੀ ਲੱਗੇਗਾ। ਸਤਿਗੁਰੂ ਜੀ ਕਹਿੰਦੇ ਜਿਹੋ ਜਿਹੇ ਮਾਹੌਲ ਵਿੱਚ ਬੱਚਾ ਰਵੇਗਾ ਤੇ ਸੰਗਤ ਵਿੱਚ ਮਨੁੱਖ ਰਵੇਗਾ, ਉਹ ਜਿਹੀ ਸੰਗਤ ਦੀ ਰੰਗਤ ਉਸ ਮਨੁੱਖ ਨੂੰ ਲੱਗ ਜਾਵੇਗੀ। ਤੇ ਭਾਈ ਸੁਬੇਗ ਸਿੰਘ ਜੀ ਜਿਸ ਸੰਗਤ ਵਿੱਚ ਰਹੇ ਹਨ, ਉਹ ਜਿਹੀ ਸੰਗਤ ਦੀ ਰੰਗਤ ਉਹਨਾਂ ਨੂੰ ਲੱਗੀ ਹੈ, ਕਿਉਂਕਿ ਘਰ ਦੇ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ, ਘਰ ਦੇ ਵਿੱਚ ਚੰਗੀ ਸਿੱਖਿਆ ਚੱਲ ਰਹੀ ਹੈ, ਘਰ ਦੇ ਚੰਗੇ ਰਾਹ ਤੇ ਤੁਰੇ ਹੋਏ ਹਨ, ਜਿਹਦੇ ਕਰਕੇ ਭਾਈ ਸੁਬੇਗ ਸਿੰਘ ਜੀ ਵੀ ਚੰਗੇ ਰਾਹ ਤੇ ਤੁਰੇ ਹਨ, ਤੇ ਭਾਈ ਸੁਬੇਗ ਸਿੰਘ ਦਾ ਗਾਂ ਪੁੱਤਰ ਸ਼ਾਬਾਸ਼ ਸਿੰਘ ਵੀ ਚੰਗੇ ਰਾਹ ਤੇ ਤੁਰਿਆ ਹੋਇਆ ਹੈ। ਤੇ ਜੇ ਘਰ ਦੇ ਵਿੱਚ ਮਾਹੌਲ ਉਦਾਂ ਦਾ ਹੁੰਦਾ ਤੇ ਫਿਰ ਸੁਬੇਗ ਸਿੰਘ ਨੇ ਵੀ ਜਿਹੜਾ ਮਾੜੇ ਰਾਹ ਤੇ ਜਾਣਾ ਸੀ ਤੇ ਉਹਦੇ ਪੁੱਤਰ ਨੇ ਵੀ ਗਾਂ ਜਾਣਾ ਸੀ, ਕਿਉਂਕਿ ਜਿਹੋ ਜੀ ਸੰਗਤ ਉਹੋ ਜੀ ਰੰਗਤ। ਪਰ ਭਾਈ ਸੁਬੇਗ ਸਿੰਘ ਤੇ ਸ਼ਾਬਾਸ਼ ਸਿੰਘ ਚੰਗੀ ਸੰਗਤ ਨੂੰ ਉਹਨਾਂ ਨੇ ਮਾਣਿਆ, ਚੰਗੀ ਸੰਗਤ ਦੇ ਵਿੱਚ ਰਹੇ ਹਨ, ਜਿਸ ਕਰਕੇ ਉਹ ਚੰਗੇ ਬਣੇ ਹਨ। ਤੇ ਸਿੱਖੀ ਨੂੰ ਵਿੱਚ ਸਿੱਖੀ ਦੇ ਟਿਕ ਕੇ ਸਿੱਖੀ ਨੂੰ ਕਮਾਉਂਦਿਆਂ ਹੋਇਆ ਉਹਨਾਂ ਨੇ ਆਪਣੇ ਆਪ ਨੂੰ ਪੰਥ ਦੇ ਉੱਤੋਂ ਕੁਰਬਾਨ ਕੀਤਾ ਹੈ। ਭਾਈ ਸੁਬੇਗ ਸਿੰਘ ਜੀ ਵੈਭੀ ਸਤਿਗੁਰ ਸਿੱਖ ਹੋਤੋ, ਭਾਈ ਸੁਬੇਗ ਸਿੰਘ ਦਾ ਪਿਤਾ ਵੀ ਸਤਿਗੁਰੂ ਦਾ ਸਿੱਖ ਹੈ, ਜਿਸ ਕੋ ਥੋਤ ਹੈ ਪੂਤ, ਜਿਹਦਾ ਗਾ ਪੁੱਤਰ ਹੈ ਭਾਈ ਸੁਬੇਗ ਸਿੰਘ, ਉਹਦਾ ਪਿਤਾ ਵੀ ਸਿੱਖੀ ਨੂੰ ਕਮਾਇਆ ਹੋਇਆ ਹੈ, ਸਿੱਖੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ। ਤੇ ਭਾਈ ਸੁਬੇਗ ਸਿੰਘ ਜੀ ਨੇ ਵੀ ਸਿੱਖੀ ਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਿਆ ਹੈ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।